Hello friends, please subscribe and like my channel Easy Learning। ਹੁਣ ਅੱਜ ਜਿਹੜਾ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਸਾਡੀਆਂ ਹੈਗੀਆਂ ਨੈਟਵਰਕ ਟਪੋਲੋਜੀਜ਼। ਟਪੋਲੋਜੀ ਸਾਨੂੰ ਦੱਸਦੀਆਂ ਕਿ ਕਿਸ ਸਟਰਕਚਰ ਦੇ ਵਿੱਚ ਕਿਹੜੇ ਫਾਰਮੈਟ ਦੇ ਵਿੱਚ ਸਾਡੇ ਜਿਹੜੇ ਕੰਪਿਊਟਰਸ ਨੇ ਆਪਸ ਦੇ ਵਿੱਚ ਕੀ ਨੇ ਕਨੈਕਟਡ ਨੇ ਵਿਦਿਨ ਅ ਨੈਟਵਰਕ। ਜਦੋਂ ਅਸੀਂ ਕੋਈ ਸਟਰਕਚਰ ਬਣਾਉਂਦੇ ਹਾਂ, ਕੋਈ ਨੈਟਵਰਕ ਬਣਾਉਂਦੇ ਹਾਂ, ਉਹਦਾ ਮੇਨ ਪਰਪਸ ਇਹੀ ਹੁੰਦਾ ਵਾ ਕਿ ਰਿਸੋਰਸ ਸ਼ੇਅਰਿੰਗ, ਇਨਫੋਰਮੇਸ਼ਨ ਸ਼ੇਅਰਿੰਗ ਅਤੇ ਕਮਿਊਨੀਕੇਸ਼ਨ। ਸੋ ਜਿਹੜਾ ਸਾਨੂੰ ਨੈਟਵਰਕ ਟਪੋਲੋਜੀਜ਼ ਨੇ ਉਹ ਸਾਨੂੰ ਦੱਸਦੀਆਂ ਨੇ ਕਿ ਜਿਹੜੇ ਸਾਡੇ ਕੰਪਿਊਟਰਸ ਨੇ ਨੈਟਵਰਕ ਦੇ ਵਿੱਚ ਕਿਹੜੇ ਸਟਰਕਚਰ ਦੇ ਨਾਲ ਆਪਸ 'ਚ ਕਮਿਊਨੀਕੇਟ ਕਰਨਗੇ, ਕਿਹੜੇ ਫਾਰਮ ਦੇ ਵਿੱਚ ਆਪਸ ਦੇ ਵਿੱਚ ਰਿਸੋਰਸ ਸ਼ੇਅਰ ਕਰਨਗੇ। ਸੋ ਜਿਹੜਾ ਨੈਟਵਰਕ ਟਪੋਲੋਜੀਜ਼ ਬੇਸਿਕਲੀ ਇੱਕ ਫਿਜ਼ੀਕਲ ਲੇਆਊਟ ਹੈ, ਫਿਜ਼ੀਕਲ ਕਨੈਕਸ਼ਨ ਹੈ, ਕਿਸ ਤਰ੍ਹਾਂ ਫਿਜ਼ੀਕਲੀ ਆਪਸ ਦੇ ਵਿੱਚ ਉਹ ਕਨੈਕਟਡ ਹੋਣਗੇ ਆਪਸ ਦੇ ਵਿੱਚ, ਉਹਨੂੰ ਅਸੀਂ ਕਹਿ ਸਕਦੇ ਹਾਂ ਨੈਟਵਰਕ ਟਪੋਲੋਜੀਜ਼। ਸੋ ਅਗਰ ਮੈਂ ਇਹਦੀ ਡੈਫੀਨੇਸ਼ਨ ਪੜ੍ਹਾਂ, ਇਟ ਕੈਨ ਬੀ ਡਿਫਾਈਨ ਐਜ਼ ਅ ਸਟਰਕਚਰ ਹਾਊ ਕੰਪਿਊਟਰਸ ਆਰ ਕਨੈਕਟਡ ਵਿਦ ਈਚ ਅਦਰ ਫॉर द पर्पस ऑफ रिसोर्स शेयरिंग, information sharing and communication। it is a physical connection between computers। ਸੋ ਜਿਹੜੀਆਂ ਸਾਡੀਆਂ ਨੈਟਵਰਕ ਟਪੋਲੋਜੀਜ਼ ਨੇ ਉਹ ਡਿਫਰੈਂਟ ਤਰ੍ਹਾਂ ਦੀਆਂ ਹੁੰਦੀਆਂ ਨੇ। ਸਭ ਤੋਂ ਪਹਿਲੇ ਜਿਹੜੀ ਅਸੀਂ ਟਪੋਲੋਜੀ ਡਿਸਕਸ ਕਰਨ ਜਾ ਰਹੇ ਉਹ ਸਾਡੀ ਹੈਗੀ ਆ ਬੱਸ ਟਪੋਲੋਜੀ। ਬੱਸ ਟਪੋਲੋਜੀ ਦੇ ਵਿੱਚ ਮੇਰੇ ਕੋਲ ਕੀ ਹੁੰਦਾ ਵਾ, ਇੱਕ ਸਿੰਗਲ ਕੇਬਲ ਹੁੰਦੀ ਹੈ। ਇਸ ਸਿੰਗਲ ਕੇਬਲ ਦੇ ਨਾਲ ਸਾਡੇ ਮਲਟੀਪਲ ਕੰਪਿਊਟਰਸ ਕੀ ਹੁੰਦੇ ਨੇ, ਅਟੈਚਡ ਹੁੰਦੇ ਨੇ। ਸੋ ਜਿਹੜਾ ਮੇਨ ਸਾਰਾ ਨੈਟਵਰਕ ਦੀ ਰਿਸਪੋਂਸੀਬਿਲਿਟੀ ਹੁੰਦੀ ਹੈ ਇਸ ਮੇਨ ਕੇਬਲ ਦੇ ਉੱਤੇ ਹੁੰਦੀ ਹੈ। ਸੋ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਸਿੰਗਲ ਕੇਬਲ ਇਜ਼ ਯੂਜ਼ ਟੂ ਕਨੈਕਟ ਮਲਟੀਪਲ ਕੰਪਿਊਟਰਸ। ਸੋ ਇਹਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹਾਂ, ਕਨੈਕਟਰਸ ਯੂਜ਼ ਕਰਦੇ ਹਾਂ ਬੱਸ ਟਪੋਲੋਜੀਜ਼ ਦੇ ਵਿੱਚ। ਹਰ ਇੱਕ ਕੰਪਿਊਟਰ ਨੂੰ ਇਸ ਮੇਨ ਵਾਇਰ ਦੇ ਨਾਲ ਕਨੈਕਟ ਕਰਨ ਲਈ। ਸੋ ਕਨੈਕਟਰ ਆਰ ਯੂਜ਼ ਟੂ ਕਨੈਕਟ ਈਚ ਕੰਪਿਊਟਰਸ ਟੂ ਅ ਸਿੰਗਲ ਬੱਸ। ਪਲੱਸ ਅਸੀਂ ਇਸ ਵਾਇਰ ਦੇ ਨਾਲ, ਇਸ ਬੱਸ ਦੇ ਨਾਲ ਹਰ ਇੱਕ ਤੁਸੀਂ ਕਹਿ ਲਓ ਐਂਡ ਪੁਆਇੰਟਸ ਕੀ ਯੂਜ਼ ਕਰਦੇ ਹਾਂ, ਟਰਮੀਨੇਟਰ, ਤਾਂ ਕਿ ਸਾਡੇ ਸਿਗਨਲ ਜਿਹੜੇ ਨੇ ਬਾਊਂਸ ਬੈਕ ਨਾ ਹੋਣ। ਸੋ ਨੈਕਸਟ ਜਿਹੜੇ ਇਹਦੇ ਵਿੱਚ ਜਿਹੜੇ ਸਿਗਨਲਸ ਨੇ, ਜਿਹੜਾ ਡੇਟਾ ਵਾ ਉਹ ਦੋਨੋਂ ਸਾਈਡ ਦੇ ਵਿੱਚ ਕੀ ਕਰਦਾ ਵਾ, ਟਰੈਵਲ ਕਰਦਾ। ਸੋ ਬੱਸ ਟਪੋਲੋਜੀ ਦੀ ਅਸੀਂ ਡਾਇਗਰਾਮ ਤੋਂ ਦੇਖ ਸਕਦੇ ਹਾਂ, ਇੱਕ ਸਿੰਗਲ ਵਾਇਰ ਹੈ, ਉਹਦੇ ਨਾਲ ਸਾਡੇ ਕੋਲ ਜਿਹੜੇ ਮਲਟੀਪਲ ਕੰਪਿਊਟਰਸ ਕੀ ਹੈਗੇ ਨੇ, ਅਟੈਚ ਹੈਗੇ ਨੇ। ਸੋ ਸਾਰੇ ਨੈਟਵਰਕ ਦੀ ਜਿਹੜੀ ਰਿਸਪੋਂਸੀਬਿਲਿਟੀ ਹੈ, ਕਨੈਕਟੀਵਿਟੀ ਹੈ, ਇਸ ਪਰਟੀਕੂਲਰ ਵਾਇਰ ਦੇ ਉੱਤੇ, ਕੇਬਲ ਦੇ ਉੱਤੇ ਡਿਪੈਂਡ ਕਰਦੀ ਹੈ। ਸੋ ਦੇਅਰ ਆਰ ਸਮ ਐਡਵਾਂਟੇਜਿਸ ਆਫ ਬੱਸ ਟਪੋਲੋਜੀ। ਸਭ ਤੋਂ ਪਹਿਲੇ ਜਿਹੜੀ ਬੱਸ ਟਪੋਲੋਜੀ ਹੈ ਉਹ ਕਿੱਥੇ ਯੂਜ਼ ਹੁੰਦੀ ਹੈ, ਜਿੱਥੇ ਨੈਟਵਰਕ ਕੀ ਹੋਵੇ, ਸਮੋਲ ਹੋਵੇ। ਛੋਟਾ ਨੈਟਵਰਕ ਜਦੋਂ ਅਸੀਂ ਬਣਾਉਣਾ ਉੱਥੇ ਅਸੀਂ ਕੀ ਯੂਜ਼ ਕਰਦੇ ਹਾਂ, ਆਪਣੀ ਬੱਸ ਟਪੋਲੋਜੀ। ਈਜ਼ੀ ਟੂ ਇੰਸਟਾਲ ਐਂਡ ਸੈਟਅਪ। ਸੋ ਸਮੋਲ ਨੈਟਵਰਕ ਹੋਣ ਕਰਕੇ, ਸਮੋਲ ਟਾਈਪ ਦੀ ਟਪੋਲੋਜੀ ਹੋਣ ਕਰਕੇ ਇਹਨੂੰ ਬਣਾਉਣਾ ਅਤੇ ਇਹਨੂੰ ਇੰਸਟਾਲ ਕਰਨਾ ਅਤੇ ਸੈੱਟ ਕਰਨਾ ਕੀ ਹੁੰਦਾ ਵਾ, ਈਜ਼ੀ ਹੁੰਦਾ ਵਾ। ਸੋ ਇਹਦੇ ਵਿੱਚ ਕੀ ਹੁੰਦੀ ਹੈ, ਰਿਡਿਊਸ ਕੇਬਲ ਕੋਸਟ। ਇੱਕੋ ਹੀ ਅਸੀਂ ਮੇਨ ਕੇਬਲ ਯੂਜ਼ ਕਰ ਰਹੇ ਹਾਂ, ਉਸ ਕੇਬਲ ਦੇ ਨਾਲ ਸਾਰੇ ਕੰਪਿਊਟਰਸ ਕੀ ਹੈਗੇ ਨੇ, ਅਟੈਚਡ ਹੈਗੇ ਨੇ। ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਕੇਬਲ ਦੀ ਕੋਸਟ ਹੁੰਦੀ ਹੈ ਉਹ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਨੈਕਸਟ ਇਜ਼ ਐਕਸਟੈਂਡੇਬਲ। ਐਕਸਟੈਂਡੇਬਲ ਦਾ ਮਤਲਬ ਕੀ ਹੈ, ਇਹਦੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਚਾਹੀਏ ਕੰਪਿਊਟਰਸ ਕੀ ਕਰ ਸਕਦੇ ਹਾਂ, ਅਟੈਚ ਕਰ ਸਕਦੇ ਹਾਂ। ਸੋ ਅਸੀਂ ਇਸ ਨੈਟਵਰਕ ਨੂੰ ਵਧਾ ਵੀ ਸਕਦੇ ਹਾਂ ਬਾਏ ਐਡਿੰਗ ਨੰਬਰ ਆਫ ਕੰਪਿਊਟਰਸ ਇਨ ਇਟ। ਸੋ ਦੀਜ਼ ਆਰ ਦਾ ਐਡਵਾਂਟੇਜਿਸ। ਹੁਣ ਅਸੀਂ ਪੜ੍ਹਨ ਜਾ ਰਹੇ ਹਾਂ ਡਿਸਐਡਵਾਂਟੇਜਿਸ। ਸੋ ਅਸੀਂ ਹੁਣੇ ਹੀ ਪੜ੍ਹਿਆ ਵਾ, ਇਹਨੂੰ ਅਸੀਂ ਕਿਹਦੇ ਵਿੱਚ ਯੂਜ਼ ਕਰਦੇ ਹਾਂ, ਸਮੋਲ ਨੈਟਵਰਕ। ਜਦੋਂ ਛੋਟਾ ਨੈਟਵਰਕ ਬਣਾਉਣਾ ਹੋਵੇ ਅਸੀਂ ਕਿਹਨੂੰ ਯੂਜ਼ ਕਰਦੇ ਹਾਂ, ਬੱਸ ਟਪੋਲੋਜੀ ਨੂੰ। ਸੋ ਇਹਦਾ ਅਸੀਂ ਕਹਿ ਸਕਦੇ ਹਾਂ ਸੁਟੇਬਲ ਫॉर ਨੰਬਰ ਆਫ ਕੰਪਿਊਟਰ। ਜਿੱਥੇ ਨੰਬਰ ਆਫ ਕੰਪਿਊਟਰਸ ਥੋੜ੍ਹੇ ਹੋਣਗੇ ਉੱਥੇ ਹੀ ਅਸੀਂ ਕੀ ਯੂਜ਼ ਕਰ ਸਕਦੇ ਹਾਂ, ਬੱਸ ਟਪੋਲੋਜੀ। ਸੋ ਅਗਰ ਅਸੀਂ ਨੰਬਰ ਆਫ ਕੰਪਿਊਟਰਸ ਵਧਾ ਦਿੰਦੇ ਹਾਂ, ਇਹਦੀ ਪਰਫੋਰਮੈਂਸ ਕੀ ਹੋ ਜਾਏਗੀ, ਲੋ ਹੋ ਜਾਏਗੀ। ਸੋ ਪਲੱਸ ਇਹਦੀ ਜਿਹੜੀ ਕਪੈਸਿਟੀ ਆ ਲਿਮਿਟਡ ਆ, ਪਲੱਸ ਕਪੈਸਿਟੀ ਦੇ ਨਾਲ ਹੀ ਇਹਦੀ ਕੀ ਡਿਪੈਂਡ ਕਰਦੀ ਹੈ, ਇਹਦੀ ਪਰਫੋਰਮੈਂਸ ਵੀ ਡਿਪੈਂਡ ਕਰਦੀ ਹੈ। ਸੋ ਸੁਟੇਬਲ ਫॉर ਲਿਮਿਟਡ ਆਲਰੇਡੀ ਪੜ੍ਹ ਚੁੱਕੇ ਹਾਂ। ਹੁਣ ਨੈਕਸਟ ਆ ਜਾਂਦਾ ਸੈਂਟਰਲ ਕੇਬਲ ਫੇਜ਼, ਹੋਲ ਨੈਟਵਰਕ ਫੇਜ਼। ਦੇਖੋ ਇਹਦੇ ਵਿੱਚ ਇੱਕ ਮੇਨ ਕੇਬਲ ਆ, ਮੇਨ ਕੇਬਲ ਦੇ ਨਾਲ ਹੀ ਸਾਰੇ ਕੰਪਿਊਟਰਸ ਕੀ ਹੈਗੇ ਨੇ, ਅਟੈਚ ਹੈਗੇ ਨੇ। ਜੇ ਸਾਡੀ ਇਹ ਮੇਨ ਕੇਬਲ ਖਰਾਬ ਹੋ ਜਾਂਦੀ ਹੈ, ਸਾਡਾ ਸਾਰਾ ਨੈਟਵਰਕ ਕੀ ਹੋ ਜਾਂਦਾ ਵਾ, ਖਰਾਬ ਹੋ ਜਾਂਦਾ ਵਾ। ਸਾਰਾ ਕੰਪਿਊਟਰ ਨੈਟਵਰਕ ਦਾ ਕੰਮ ਕਰਨਾ ਕੀ ਕਰ ਦਿੰਦਾ ਵਾ, ਬੰਦ ਕਰ ਦਿੰਦਾ ਵਾ।
ਸੋ ਇਹ ਇਹਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਆ। ਸੋ ਹੁਣੇ ਹੀ ਦੱਸਿਆ ਵਾ ਕਿ ਸਪੀਡ ਇਜ਼ ਲੈਸ ਡਿਊ ਟੂ ਦਾ ਯੂਜੇਜ। ਜੇ ਅਸੀਂ ਇਹਦੇ ਵਿੱਚ ਨੈਟਵਰਕ ਸਾਈਜ਼ ਨੂੰ ਇਨਕਰੀਜ਼ ਕਰ ਦਾਂਗੇ, ਇਹਦੀ ਪਰਫੋਰਮੈਂਸ ਪਲੱਸ ਇਹਦੀ ਸਪੀਡ ਕੀ ਹੋ ਜਾਏਗੀ, ਲੈਸ ਹੋ ਜਾਏਗੀ। ਹੁਣ ਇੱਕ ਮੇਨ ਜਿਹੜਾ ਪੁਆਇੰਟ ਬਸ ਟੋਪੋਲੋਜੀ ਦੇ ਵਿੱਚ ਡਿਸਕਸ ਕਰਨਾ ਮੈਂ ਭੁੱਲ ਗਈ ਹਾਂ ਕਿ ਬਸ ਟੋਪੋਲੋਜੀ ਦੇ ਵਿੱਚ ਜਿਹੜਾ ਡੇਟਾ ਜਿਹੜਾ ਹੁੰਦਾ ਨਾ ਟਰਾਂਸਫਰ ਹੁੰਦਾ ਵਾ, ਉਹ ਤੁਸੀਂ ਹੁਣ ਜਿਹੜੀ ਨੈਕਸਟ ਅਸੀਂ ਟੋਪੋਲੋਜੀ ਪੜ੍ਹਨ ਜਾ ਰਹੇ ਹਾਂ ਦੈਟ ਇਜ਼ ਰਿੰਗ ਟੋਪੋਲੋਜੀ। ਰਿੰਗ ਟੋਪੋਲੋਜੀ ਜਿਵੇਂ ਨਾਮ ਤੋਂ ਹੀ ਪਤਾ ਲੱਗ ਰਿਹਾ, ਕੰਪਿਊਟਰਸ ਇਹਦੇ ਵਿੱਚ ਕਨੈਕਟਡ ਹੋਣਗੇ ਇਨ ਅ ਸਰਕੂਲਰ ਫਾਰਮ। ਜਿਵੇਂ ਕਿ ਸਾਡੀ ਇੱਕ ਰਿੰਗ ਹੁੰਦੀ ਹੈ, ਉਸੇ ਤਰ੍ਹਾਂ ਹੀ ਡਿਫਰੈਂਟ ਕੰਪਿਊਟਰਸ ਇਹਦੇ ਵਿੱਚ ਰਿੰਗ ਜਾਂ ਸਰਕੂਲਰ ਫਾਰਮ ਦੇ ਵਿੱਚ ਆਪਸ ਵਿੱਚ ਕਨੈਕਟ ਹੋਣਗੇ ਅਤੇ ਆਪਸ ਦੇ ਵਿੱਚ ਉਹ ਕੀ ਕਰਨਗੇ, ਕਮਿਊਨੀਕੇਟ ਕਰਨਗੇ। ਸੋ ਇਹਦੀ ਆਪਾਂ ਡੈਫੀਨੇਸ਼ਨ ਅਗਰ ਸ਼ਾਰਟ ਵਿੱਚ ਪੜ੍ਹੀਏ, ਕੰਪਿਊਟਰਸ ਆਰ ਕਨੈਕਟਡ ਵਿਦ ਈਚ ਅਦਰ ਇਨ ਸਰਕੂਲਰ ਫਾਰਮ। ਠੀਕ ਹੈ। ਸੋ ਨੈਕਸਟ ਪੁਆਇੰਟ ਇਜ਼ ਈਚ ਕੰਪਿਊਟਰ ਹੈਜ਼ ਇਟਸ ਓਨ ਯੂਨੀਕ ਐਡਰੈਸ। ਇਹਦੇ ਵਿੱਚ ਕੀ ਹੋਏਗਾ, ਹਰ ਕੰਪਿਊਟਰ ਦਾ ਆਪਣਾ ਕੀ ਹੋਏਗਾ, ਯੂਨੀਕ ਐਡਰੈਸ ਹੋਏਗਾ। ਨੈਕਸਟ ਡੇਟਾ ਟਰੈਵਲ from one computer to another in circular form until destination cannot be find। ਸੋ ਜਿਹੜਾ ਡੇਟਾ ਹੋਏਗਾ ਉਹ ਸਰਕੂਲਰ ਫਾਰਮ ਦੇ ਵਿੱਚ, ਸਰਕਲ ਦੀ ਫਾਰਮ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਕੀ ਕਰੇਗਾ, ਟਰਾਂਸਫਰ ਹੋਏਗਾ। ਉਹ ਡੇਟਾ ਉਦੋਂ ਤੱਕ ਟਰੈਵਲ ਕਰਦਾ ਰਹੇਗਾ ਤੁਹਾਡੇ ਨੈਟਵਰਕ ਦੇ ਵਿੱਚ ਜਦੋਂ ਤੱਕ ਉਹ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਨਹੀਂ ਜਾਂਦਾ। ਸੋ ਨੈਕਸਟ ਪੁਆਇੰਟ ਵਿੱਚ ਟੋਕਨ ਪਾਸਿੰਗ ਕਨਸੈਪਟ, ਇਹਦੇ ਵਿੱਚ ਆਪਾਂ ਡੇਟਾ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਫਰ ਕਰਨ ਲਈ ਕਿਹੜਾ ਕਨਸੈਪਟ ਯੂਜ਼ ਕਰਦੇ ਹਾਂ, ਟੋਕਨ ਪਾਸਿੰਗ। ਟੋਕਨ ਦਾ ਮਤਲਬ ਕੀ ਹੁੰਦਾ ਕਿ ਹਰ ਇੱਕ ਇਹਦੇ ਵਿੱਚ ਟੋਕਨ ਚੱਲਦਾ। ਟੋਕਨ ਦਾ ਕਨਸੈਪਟ ਕੀ ਹੈ ਕਿ ਜਿਹੜੇ ਵੀ ਕੰਪਿਊਟਰ ਨੇ ਡੇਟਾ ਸੈਂਡ ਕਰਨਾ ਉਹਦੇ ਕੋਲ ਟੋਕਨ ਹੋਣਾ ਚਾਹੀਦਾ। ਜਿਹਦੇ ਕੋਲ ਟੋਕਨ ਹੋਏਗਾ ਉਹ ਹੀ ਡੇਟਾ ਕੀ ਕਰ ਸਕੇਗਾ, ਰਿੰਗ ਦੇ ਵਿੱਚ ਕੀ ਕਰ ਸਕੇਗਾ, ਟਰਾਂਸਫਰ ਕਰ ਸਕੇਗਾ। ਸਪੋਜ਼ ਇਸ ਕੰਪਿਊਟਰ ਕੋਲ ਟੋਕਨ ਹੈਗਾ, ਇਸ ਟਾਈਮ ਇਹ ਡੇਟਾ ਟਰਾਂਸਫਰ ਕਰ ਰਿਹਾ। ਸੋ ਇਸ ਤੋਂ ਬਾਅਦ ਜਿੱਥੇ ਵੀ ਡੇਟਾ ਉਹਦੇ ਕੋਲ ਕੀ ਜਾਏਗਾ, ਟੋਕਨ ਜਾਏਗਾ। ਉਹ ਜਿਹਦੇ ਕੋਲ ਟੋਕਨ ਹੋਏਗਾ ਉਹ ਨੈਕਸਟ ਟਾਈਮ ਉੱਥੇ ਕੀ ਕਰੇਗਾ, ਆਪਣਾ ਡੇਟਾ ਕੀ ਕਰੇਗਾ, ਟਰਾਂਸਫਰ ਕਰੇਗਾ। ਸੋ ਜਿਹਦੇ ਕੋਲ ਟੋਕਨ ਹੋਏਗਾ ਉਹ ਡੇਟਾ ਨੂੰ ਕੀ ਕਰ ਸਕਦਾ ਵਾ, ਟਰਾਂਸਫਰ ਕਰਦਾ। ਸੋ ਟੋਕਨ ਪਾਸਿੰਗ ਕਨਸੈਪਟ ਇਜ਼ ਯੂਜ਼ਡ। ਟੋਕਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਕੀ ਹੁੰਦਾ ਜਾਏਗਾ, ਪਾਸ ਹੁੰਦਾ ਜਾਏਗਾ। ਸੋ ਇਹਦੇ ਵਿੱਚ ਇੱਕ ਹੋਰ ਪੁਆਇੰਟ ਗੱਲ ਕਰਨ ਦੀ ਲੋੜ ਹੈ ਕਿ ਡੇਟਾ ਇਹਦੇ ਵਿੱਚ ਕੀ ਕਰਦਾ ਜਾਏਗਾ, ਰੋਟੇਟ ਕਰਦਾ ਜਾਏਗਾ। ਉਦੋਂ ਤੱਕ ਰੋਟੇਟ ਕਰਦਾ ਜਾਏਗਾ ਜਦੋਂ ਤੱਕ ਡੈਸਟੀਨੇਸ਼ਨ ਨਹੀਂ ਮਿਲ ਜਾਂਦੀ। ਸੋ ਜਦੋਂ ਡੈਸਟੀਨੇਸ਼ਨ ਮਿਲ ਜਾਂਦੀ ਹੈ ਉੱਥੇ ਹੀ ਉਹ ਡੇਟਾ ਕੀ ਹੋ ਜਾਏਗਾ, ਖਤਮ ਹੋ ਜਾਏਗਾ। ਉਸ ਤੋਂ ਬਾਅਦ ਉਹ ਡੇਟਾ ਟਰੈਵਲ ਨਹੀਂ ਹੋ ਜਾਏਗਾ। ਸੋ ਡੇਟਾ ਜਿਹੜਾ ਹੈਗਾ ਵਾ ਰਿੰਗ ਸ਼ੇਪ ਦੇ ਵਿੱਚ ਘੁੰਮਦਾ ਰਹਿੰਦਾ ਵਾ ਅਤੇ ਡੇਟਾ ਸਿਰਫ ਉਹੀ ਟਰਾਂਸਫਰ ਕਰ ਸਕਦਾ ਐਟ ਅ ਟਾਈਮ ਜਿਹਦੇ ਕੋਲ ਕੀ ਹੋਵੇ, ਟੋਕਨ ਹੋਵੇ। ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਰਿੰਗ ਵੀ ਜਿਹੜੀਆਂ ਹੈਗੀਆਂ ਵਾ ਅਸੀਂ ਰਿੰਗ ਨੂੰ ਅਸੀਂ ਦੋ ਟਾਈਪਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਸਿੰਗਲ ਅਤੇ ਡਿਊਅਲ ਰਿੰਗ। ਸਿੰਗਲ ਰਿੰਗ ਜਿਹਦੇ ਵਿੱਚ ਡੇਟਾ ਜਿਹੜਾ ਹੈਗਾ, ਸਿੰਗਲ ਰਿੰਗ ਦੇ ਵਿੱਚ ਕੀ ਕਨਸੈਪਟ ਹੈ, ਸਿੰਗਲ ਰਿੰਗ ਦੇ ਵਿੱਚ ਜਿਹੜਾ ਡੇਟਾ ਹੈ ਯੂਨੀਡਾਇਰੈਕਸ਼ਨਲ, ਸਿਰਫ ਇੱਕ ਸਾਈਡ 'ਤੇ ਕੀ ਹੋਏਗਾ, ਟਰਾਂਸਫਰ ਹੋਏਗਾ, ਇੱਕੋ ਆਰਡਰ ਦੇ ਵਿੱਚ ਟਰਾਂਸਫਰ ਹੋਏਗਾ। ਅਤੇ ਜਿਹੜਾ ਸਾਡੀ ਡਿਊਅਲ ਰਿੰਗ ਹੈ ਉਹਦੇ ਵਿੱਚ ਇੱਕ ਤੋਂ ਜ਼ਿਆਦਾ ਰਿੰਗਸ ਹੋਣਗੀਆਂ ਅਤੇ ਡੇਟਾ ਜਿਹੜਾ ਹੈਗਾ ਵਾ ਮਤਲਬ ਬਾਈ ਡਾਇਰੈਕਸ਼ਨਲ ਹੋਏਗਾ, ਦੋਨੋਂ ਸਾਈਡ 'ਤੇ ਕੀ ਹੋਏਗਾ, ਟਰਾਂਸਫਰ ਹੋਏਗਾ। ਇਹਨੂੰ ਮੈਂ ਜ਼ਿਆਦਾ ਨਹੀਂ ਇੰਨੀ ਸ਼ਾਰਟ ਦੇ ਵਿੱਚ ਡਿਸਕਸ ਕਰ ਰਹੀ ਹਾਂ। ਸੋ ਟੋਕਨਸ ਆਰ ਟੂ ਟਾਈਪਸ, ਸਿੰਗਲ ਐਂਡ ਡਿਊਅਲ। ਜਿਹਦੇ ਵਿੱਚ ਸਿੰਗਲ ਸਰਕੂਲਰ ਫਾਰਮ ਹੋਏਗੀ ਉਹ ਸਾਡੀ ਕਿਹੜੀ ਹੋਏਗੀ, ਸਿੰਗਲ ਰਿੰਗ ਟੋਪੋਲੋਜੀ, ਜਿਹਦੇ ਵਿੱਚ ਦੋ ਰਿੰਗਸ ਯੂਜ਼ ਕਰਾਂਗੇ ਅਤੇ ਦੋਨੋਂ ਸਾਈਡ 'ਤੇ ਡੇਟਾ ਜਿਹੜਾ ਟਰਾਂਸਫਰ ਹੋਏਗਾ ਉਹਨੂੰ ਕੀ ਕਹਾਂਗੇ, ਡਿਊਅਲ ਰਿੰਗ ਟੋਪੋਲੋਜੀ। ਹੁਣ ਰਿੰਗ ਤੋਂ ਬਾਅਦ ਅਸੀਂ ਇਹਦੀਆਂ ਕੁਛ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਕੀ ਕਰ ਰਹੇ ਹਾਂ, ਡਿਸਕਸ ਕਰ ਰਹੇ ਹਾਂ। ਐਡਵਾਂਟੇਜਿਸ ਦੇ ਵਿੱਚ ਪਹਿਲਾ ਜਿਹੜਾ ਪੁਆਇੰਟ ਆਉਂਦਾ, ਸਪੀਡ ਇਜ਼ ਮੋਰ। ਸੋ ਡੇਟਾ ਇੱਕ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ, ਸੋ ਉਹਦੀ ਕੀ ਹੋਏਗੀ, ਸਪੀਡ ਵੀ ਜ਼ਿਆਦਾ ਹੋਏਗੀ। ਸੋ ਅਸੀਂ ਕਹਿ ਸਕਦੇ ਹਾਂ ਕਿ ਸਪੀਡ ਇਜ਼ ਮੋਰ, ਫਰੀ ਫਰੋਮ ਕੋਲੀਜਨ ਹੁੰਦਾ ਕਿ ਮਲਟੀਪਲ ਕੰਪਿਊਟਰ ਐਟ ਅ ਟਾਈਮ 'ਤੇ ਡੇਟਾ ਸੈਂਡ ਕਰ ਰਹੇ ਆ। ਸੋ ਇਹਦੇ ਵਿੱਚ ਕੀ ਹੋਏਗਾ, ਜਿਹਦੇ ਕੋਲ ਟੋਕਨ ਹੋਏਗਾ ਉਹੀ ਡੇਟਾ ਸੈਂਡ ਕਰੇਗਾ ਅਤੇ ਡੇਟਾ ਜਿਹੜਾ ਵਾ ਰਿੰਗ ਦੇ ਵਿੱਚ ਸਰਕੂਲਰ ਫਾਰਮ ਦੇ ਵਿੱਚ ਕੀ ਹੋ ਰਿਹਾ, ਟਰਾਂਸਫਰ ਹੋ ਰਿਹਾ। ਹਰ ਕੋਈ ਆਪਣੀ ਵਾਰੀ ਦੇ ਹਿਸਾਬ ਨਾਲ ਡੇਟਾ ਟਰਾਂਸਫਰ ਕਰ ਰਿਹਾ। ਸੋ ਇਹਦੇ ਵਿੱਚ ਕੋਈ ਕੋਲੀਜਨ ਨਹੀਂ ਆ ਰਹੀ। ਕੋਲੀਜਨ ਉਦੋਂ ਆਉਂਦੀ ਜਦੋਂ ਬਹੁਤ ਸਾਰੇ ਕੰਪਿਊਟਰ ਆਪਣਾ ਡੇਟਾ ਸੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਸੋ ਆਪਣੀਆਂ ਡੈਸਟੀਨੇਸ਼ਨ 'ਤੇ ਨਹੀਂ ਪਹੁੰਚ ਰਿਹਾ, ਸੋ ਇੱਕ ਦੂਜੇ ਨਾਲ ਉਹ ਟਕਰਾ ਰਿਹਾ। ਸੋ ਉਸ ਕੇਸ ਦੇ ਵਿੱਚ ਸਾਡੀ ਕੀ ਆ ਜਾਂਦੀ ਹੈ, ਕੋਲੀਜਨ ਆ ਜਾਂਦੀ ਹੈ। ਸੋ ਜਿਹੜੀ ਰਿੰਗ ਟੋਪੋਲੋਜੀ ਹੈ ਸਾਡੀ ਕੀ ਹੈਗੀ ਹੈ, ਕੋਲੀਜਨ ਫਰੀ ਹੈਗੀ ਹੈ। ਸੋ ਇਹਨੂੰ ਇੰਸਟਾਲ ਕਰਨਾ ਕੀ ਹੈਗਾ ਵਾ, ਵੈਰੀ ਈਜ਼ੀ ਟੂ ਇੰਸਟਾਲ।
ਐਵਰੀ ਕੰਪਿਊਟਰ ਗੈਟ ਇਕੁਅਲ ਚਾਂਸ ਫॉर ਡੇਟਾ ਟ੍ਰਾਂਸਫਰ। ਹੁਣੇ ਮੈਂ ਦੱਸਿਆ ਜਿਹਦੇ ਕੋਲ ਟੋਕਨ ਹੋਏਗਾ ਇਹਦੇ ਵਿੱਚ ਸਰਕੂਲਰ ਫਾਰਮ ਦੇ ਵਿੱਚ ਜਿਹੜਾ ਸਾਡਾ ਟੋਕਨ ਹੈ ਘੁੰਮਦਾ ਰਹਿੰਦਾ ਵਾ। ਸੋ ਹਰ ਕਿਸੇ ਨੂੰ ਚਾਂਸ ਮਿਲੇਗਾ ਕਿ ਆਪਣਾ ਉਹ ਡੇਟਾ ਕੀ ਕਰੇ, ਨੈਟਵਰਕ ਦੇ ਵਿੱਚ ਸੈਂਡ ਕਰੇ, ਆਪਣੇ ਡੇਟਾ ਨੂੰ ਕੀ ਕਰੇ, ਸ਼ੇਅਰ ਕਰੇ। ਸੋ ਇਕੁਅਲ ਐਵਰੀ ਕੰਪਿਊਟਰ ਗੈਟਸ ਇਕੁਅਲ ਚਾਂਸ ਫॉर ਡੇਟਾ ਟ੍ਰਾਂਸਫਰ। ਸੋ ਨੈਕਸਟ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਡਿਸਐਡਵਾਂਟੇਜਸ। ਮੋਰ ਵੇਟਿੰਗ ਟਾਈਮ। ਮੋਰ ਵੇਟਿੰਗ ਟਾਈਮ ਤੋਂ ਮੇਰਾ ਕੀ ਮਤਲਬ ਹੈ ਕਿ ਜਿਹਦੇ ਕੋਲ ਟੋਕਨ ਹੋਏਗਾ ਉਹ ਹੀ ਟ੍ਰਾਂਸਫਰ ਕਰ ਸਕਦਾ ਡੇਟਾ, ਹੋਰ ਕੋਈ ਟ੍ਰਾਂਸਫਰ ਨਹੀਂ ਕਰ ਸਕਦਾ। ਸੋ ਬਾਕੀ ਜਿਹੜੇ ਕੰਪਿਊਟਰਸ ਨੇ ਨੈਟਵਰਕ ਦੇ ਵਿੱਚ ਉਹਨਾਂ ਨੂੰ ਵੇਟ ਕਰਨਾ ਪੈਂਦਾ ਵਾ ਆਪਣੀ ਵਾਰੀ ਲਈ। ਸੋ ਅਸੀਂ ਇਸੇ ਵਿੱਚ ਕਹਿ ਸਕਦੇ ਹਾਂ ਇਹਦੇ ਵਿੱਚ ਵੇਟਿੰਗ ਟਾਈਮ ਕੀ ਹੋ ਜਾਂਦਾ ਵਾ, ਇਨਕਰੀਜ਼ ਹੋ ਜਾਂਦਾ ਵਾ। ਇਹਦੇ ਵਿੱਚ ਨੈਕਸਟ ਆ ਜਾਂਦਾ ਸਪੀਡ ਇਜ਼ ਸਲੋ। ਉਹੀ ਜੇ ਵੇਟਿੰਗ ਟਾਈਮ ਵੱਧ ਗਿਆ ਵਾ ਇਹਦਾ ਮਤਲਬ ਸਪੀਡ ਵੀ ਕੀ ਹੋ ਗਈ ਹੈ, ਸਲੋ ਹੋ ਗਈ ਹੈ। ਜਿਹਦੇ ਕੋਲ ਟੋਕਨ ਹੋਏਗਾ ਉਹ ਹੀ ਡੇਟਾ ਟ੍ਰਾਂਸਫਰ ਕਰੇਗਾ। ਸੋ ਉਸ 'ਤੇ ਡੇਟਾ ਜਿਹੜਾ ਹੈਗਾ ਸਰਕੂਲਰ ਇੱਕੋ ਹੀ ਫਾਰਮ ਦੇ ਵਿੱਚ ਚੱਲਦਾ, ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਚੱਲਦਾ। ਸੋ ਅਸੀਂ ਕਹਿ ਸਕਦੇ ਹਾਂ, ਸੋ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹਦੀ ਸਪੀਡ ਵੀ ਕੀ ਹੈਗੀ ਹੈ, ਸਲੋ ਹੈਗਾ। ਰਿਕੁਆਇਰ ਮੋਰ ਕੇਬਲ। ਸੋ ਇਹਦੇ ਵਿੱਚ ਕੀ ਹੈ, ਬੱਸ ਦੇ ਵਿੱਚ ਕੀ ਸੀ, ਬੱਸ ਟੋਪੋਲੋਜੀ ਇੱਕੋ ਹੀ ਕੇਬਲ ਚਾਹੀਦੀ, ਸਾਰੇ ਕੰਪਿਊਟਰ ਉਹਦੇ ਨਾਲ ਕੀ ਹੈਗੇ ਸੀ, ਅਟੈਚ ਹੈਗੇ ਸੀ। ਪਰ ਇੱਥੇ ਰਿੰਗ ਫਾਰਮ ਕਰਨ ਲਈ ਮਲਟੀਪਲ ਕੇਬਲਸ ਚਾਹੀਦੀਆਂ ਰਿੰਗ ਬਣਾਉਣ ਲਈ। ਸੋ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਸਾਨੂੰ ਕੀ ਚਾਹੀਦੀਆਂ ਨੇ, ਮੋਰ ਕੇਬਲਸ ਚਾਹੀਦੀਆਂ ਨੇ ਟੂ ਫਾਰਮ ਅ ਰਿੰਗ ਟਪੋਲੋਜੀ। ਸੋ ਰਿੰਗ ਟਪੋਲੋਜੀ ਤੋਂ ਬਾਅਦ ਜਿਹੜੀ ਸਾਡੀ ਟਪੋਲੋਜੀ ਆਉਂਦੀ ਡੈਟ ਇਜ਼ ਅਵਰ ਸਟਾਰ ਟਪੋਲੋਜੀ। ਸਟਾਰ ਟਪੋਲੋਜੀ ਜਿਵੇਂ ਹੁਣ ਨਾਮ ਤੋਂ ਹੀ ਪਤਾ ਲੱਗ ਰਿਹਾ, ਸਟਾਰ ਟਪੋਲੋਜੀਸ 'ਚ ਕੀ ਹੁੰਦਾ ਵਾ, ਸਾਰੇ ਕੰਪਿਊਟਰਸ ਜਿਹੜੇ ਹੈਗੇ ਨੇ ਸੈਂਟਰ 'ਚ ਇੱਕ ਹੱਬ ਪਿਆ ਜਿਹਨੂੰ ਅਸੀਂ ਤੁਸੀਂ ਕਹਿ ਲਓ ਸਵਿੱਚ ਵੀ ਕਹਿ ਲੈਂਦੇ ਹਾਂ ਜਾਂ ਮੇਨ ਹੱਬ ਵੀ ਕਹਿੰਦੇ ਹਾਂ। ਉਹਦੇ ਨਾਲ ਸਾਰੇ ਕੰਪਿਊਟਰ ਕੀ ਹੁੰਦੇ ਆ, ਅਟੈਚ ਹੁੰਦੇ ਆ। ਆਲ ਕੰਪਿਊਟਰਸ ਆਰ ਕਨੈਕਟਡ ਟੂ ਸੈਂਟਰਲ ਡਿਵਾਈਸ ਐਜ਼ ਨੋਨ ਐਜ਼ ਹੱਬ। ਸੋ ਸਾਰੇ ਜਿਹੜੇ ਕੰਪਿਊਟਰਸ ਨੇ ਇਸ ਮੇਨ ਹੱਬ ਦੇ ਨਾਲ ਅਟੈਚ ਹੁੰਦੇ ਆ। ਜੋ ਵੀ ਡੇਟਾ ਟ੍ਰਾਂਸਫਰ ਹੋਣੀ ਹੈ ਇਸ ਹੱਬ ਦੇ ਥਰੂ ਹੋਣੀ ਹੈ। ਸਪੋਜ਼ ਇਸ ਸਿਸਟਮ ਨੂੰ ਡੇਟਾ ਟ੍ਰਾਂਸਫਰ ਕਰਨਾ, ਉਹ ਡਾਇਰੈਕਟਲੀ ਕਮਿਊਨੀਕੇਟ ਨਹੀਂ ਕਰ ਸਕਦੇ। ਉਹ ਕਿਹਦੇ ਨਾਲ ਕਮਿਊਨੀਕੇਟ ਕਰ ਸਕਦੇ ਆ, ਉਹਨਾਂ ਨੂੰ ਹੱਬ ਦੇ ਥਰੂ ਹੀ ਉਹਨਾਂ ਦਾ ਡੇਟਾ ਕੀ ਹੋਏਗਾ, ਟ੍ਰਾਂਸਫਰ ਹੋਏਗਾ। ਸੋ ਅਸੀਂ ਕਹਿ ਸਕਦੇ ਹਾਂ ਕਿ ਡੇਟਾ ਟ੍ਰਾਂਸਫਰ ਟੇਕ ਪਲੇਸ ਥਰੂ ਸੈਂਟਰਲ ਡਿਵਾਈਸ। ਜਿਹੜਾ ਡੇਟਾ ਟ੍ਰਾਂਸਫਰ ਹੈ ਉਹਦਾ ਕੰਟਰੋਲ ਕਿਹਦੇ ਹੱਥ ਵਿੱਚ ਹੈ, ਸੈਂਟਰ ਜਿਹੜਾ ਹੱਬ ਪਿਆ ਹੋਇਆ ਵਾ। ਸੋ ਅਸੀਂ ਇਸ ਹੱਬ ਨੂੰ ਸਵਿਚਸ ਵੀ ਕਹਿ ਸਕਦੇ ਹਾਂ ਜਾਂ ਅਸੀਂ ਇਹਨੂੰ ਹੱਬ ਵੀ ਕਹਿ ਸਕਦੇ ਹਾਂ, ਜਿਹੜਾ ਪ੍ਰੋਪਰ ਪੂਰੇ ਨੈਟਵਰਕ ਦਾ ਕੰਟਰੋਲ ਕਰਦਾ ਵਾ, ਸਾਡੇ ਪੂਰੇ ਨੈਟਵਰਕ ਨੂੰ ਕੰਟਰੋਲ ਕਰਦਾ, ਉਹਨੂੰ ਹੱਬ ਵੀ ਕਹਿ ਸਕਦੇ ਹਾਂ ਅਤੇ ਸਵਿਚਸ ਵੀ ਕਹਿ ਸਕਦੇ ਹਾਂ। ਸੋ ਸਟਾਰ ਟਪੋਲੋਜੀਜ਼ ਦੇ ਵਿੱਚ ਜਿਹੜੀਆਂ ਕੇਬਲਸ ਯੂਜ਼ ਹੋ ਰਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਟਵਿਸਟਡ ਔਰ ਕੋਐਕਸਲ ਕੇਬਲ। ਹੁਣ ਇਸ ਨੈਟਵਰਕ ਦੀ ਇੱਕ ਡਿਸਐਡਵਾਂਟੇਜ ਇਹੀ ਹੈ ਕਿ ਸੈਂਟਰ 'ਤੇ ਜਿਹੜੀ ਹੱਬ ਲੱਗੀ ਹੋਈ ਹੈ ਉਹਦੇ ਉੱਤੇ ਹੀ ਪੂਰਾ ਨੈਟਵਰਕ ਕੀ ਕਰ ਰਿਹਾ, ਡਿਪੈਂਡ ਕਰ ਰਿਹਾ। ਇਨ ਕੇਸ ਐਨੀ ਪ੍ਰੋਬਲਮ ਆਉਂਦੀ ਹੈ, ਜੇ ਇਹ ਹੱਬ ਹੀ ਖ਼ਰਾਬ ਹੋ ਜਾਂਦਾ, ਮੇਰਾ ਪੂਰਾ ਨੈਟਵਰਕ ਕੀ ਹੈ, ਖ਼ਤਮ ਹੋ ਜਾਏਗਾ, ਵਰਕਿੰਗ ਨਹੀਂ ਕਰੇਗਾ। ਸੋ ਇਹ ਅਸੀਂ ਇਹਦਾ ਕਹਿ ਸਕਦੇ ਹਾਂ ਕਿ ਡਰਾਬੈਕ ਹੈਗਾ ਵਾ। ਬਟ ਸਟਿਲ ਆਪਾਂ ਇਹਦੀਆਂ ਕੁਛ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਨੂੰ ਕੀ ਕਰਾਂਗੇ, ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲੀ ਐਡਵਾਂਟੇਜ ਹੈਗੀ ਹੈ ਈਜ਼ੀ ਟੂ ਇੰਸਟਾਲ ਐਂਡ ਮੇਨਟੇਨ। ਇਹਨੂੰ ਇੰਸਟਾਲ ਕਰਨਾ ਅਤੇ ਮੇਨਟੇਨ ਕੀ ਕਰਨਾ ਈਜ਼ੀ ਹੈਗਾ ਵਾ। ਐਕਸਟੈਂਡੇਬਲ ਦਾ ਕੀ ਮਤਲਬ ਹੈ ਕਿ ਅਸੀਂ ਇਸ ਸਿਸਟਮ ਦੇ ਵਿੱਚ ਵਾਇਰਸ ਹੋਰ ਲਗਾ ਕੇ ਨੰਬਰ ਆਫ ਕੰਪਿਊਟਰਸ ਨੂੰ ਕੀ ਕਰ ਸਕਦੇ ਹਾਂ, ਲਗਾ ਸਕਦੇ ਹਾਂ। ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੋਵੇ ਉਸ ਹਿਸਾਬ ਨਾਲ ਅਸੀਂ ਇਹਨੂੰ ਸਕੇਲੇਬਲ ਕਰ ਸਕਦੇ ਹਾਂ। ਇਹਦੇ ਵਿੱਚ ਹੋਰ ਕੰਪਿਊਟਰਸ ਨੂੰ ਅਸੀਂ ਈਜ਼ੀਲੀ ਕੀ ਕਰ ਸਕਦੇ ਹਾਂ, ਐਡ ਕਰ ਸਕਦੇ ਹਾਂ। ਨੈਟਵਰਕ ਫਾਲ ਕੈਨ ਬੀ ਈਜ਼ੀਲੀ ਫਾਈਂਡ। ਇਹਦੇ ਵਿੱਚ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਜੇ ਸਾਡਾ ਕੋਈ ਸਿਸਟਮ ਖਰਾਬ ਹੋ ਜਾਂਦਾ ਜਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ, ਕੋਈ ਵੀ ਫਾਲਟ ਆ ਜਾਂਦਾ, ਉਹਨੂੰ ਅਸੀਂ ਈਜ਼ੀਲੀ ਕੀ ਕਰ ਸਕਦੇ ਹਾਂ, ਫਾਈਂਡ ਕਰ ਸਕਦੇ ਹਾਂ। ਇਹਦੇ ਵਿੱਚ ਕੀ ਹੈ, ਸੈਂਟਰਲੀ ਸਭ ਕੁਛ ਹੈਗਾ ਵਾ। ਸੋ ਇਸ ਕਰਕੇ ਇਹਦੀ ਪਰਫੋਰਮੈਂਸ ਵੀ ਕੀ ਹੈ, ਹਾਈ ਹੈ। ਸਭ ਕੁਛ ਸੈਂਟਰ 'ਤੇ ਸਟੋਰ ਹੈ, ਜੋ ਵੀ ਅਸੈਸ ਕਰਨਾ ਡੇਟਾ ਸੋ ਸੈਂਟਰ ਤੋਂ ਹੀ ਅਸੈਸ ਕਰਦੇ ਹਾਂ। ਇਸ ਕਰਕੇ ਇਹਦੀ ਪਰਫੋਰਮੈਂਸ ਵੀ ਕੀ ਹੈ, ਹਾਈ ਹੈ। ਨੋ ਕੋਲੀਜਨ, ਸੋ ਸੈਂਟਰਲੀ ਸਟੋਰ ਹੈ। ਸੋ ਇਸ ਕਰਕੇ ਅਸੀਂ ਇਹਨੂੰ ਕਹਿ ਸਕਦੇ ਹਾਂ ਕੀ ਹੈਗਾ ਵਾ, ਕੋਲੀਜਨ ਫਰੀ ਹੈ। ਕੋਈ ਇਹਦੇ ਵਿੱਚ ਡੇਟਾ ਆਪਸ ਦੇ ਵਿੱਚ ਕੋਲਾਈਡ ਨਹੀਂ ਕਰਦਾ। ਸੋ ਨੈਕਸਟ ਆ ਜਾਂਦੀਆਂ ਮੈਂ ਡਿਸਐਡਵਾਂਟੇਜਿਸ। ਸੋ ਮੇਨ ਡਿਸਐਡਵਾਂਟੇਜ ਹੁਣੇ ਮੈਂ ਦੱਸਿਆ ਵਾ ਕਿ ਸੈਂਟਰਲੀ ਹੱਬ 'ਤੇ ਕੀ ਹੈ, ਡਿਪੈਂਡ ਕਰਦਾ। ਸੋ ਜੇ ਸੈਂਟਰਲੀ ਹੱਬ ਖਰਾਬ ਹੋ ਗਈ ਤਾਂ ਤੁਹਾਡਾ ਸਾਰਾ ਨੈਟਵਰਕ ਹੀ ਹੋ ਜਾਏਗਾ, ਵਰਕਿੰਗ ਆਰਡਰ 'ਚ ਨਹੀਂ ਰਹੇਗਾ। ਮੋਰ ਕੋਸਟ, ਇਹਦੇ ਵਿੱਚ ਮਲਟੀਪਲ ਕੇਬਲਸ ਨੇ, ਮਲਟੀਪਲ ਡਿਵਾਈਸਿਸ ਚਾਹੀਦੇ ਨੇ। ਸੋ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ, ਜ਼ਿਆਦਾ ਕੋਸਟਲੀ ਹੈ ਕਿਹਦੇ ਨਾਲੋਂ, ਬੱਸ ਟੋਪੋਲੋਜੀ ਨਾਲੋਂ। ਐਕਸਟਰਾ ਰਿਸੋਰਸਿਸ ਰਿਕੁਆਇਰਡ ਦਾ ਸੈਂਟਰ ਲੈਵਲ। ਉਹੀ ਗੱਲ ਕਿ ਜ਼ਿਆਦਾ ਰਿਸੋਰਸਿਸ ਚਾਹੀਦੇ ਨੇ ਕਿ ਸੈਂਟਰ ਲੈਵਲ 'ਤੇ
ਤੇ ਇਸ ਕਰਕੇ ਅਸੀਂ ਇਹਨੂੰ ਕੀ ਕਹਿ ਸਕਦੇ ਹਾਂ, ਕੋਸਟਲੀ ਕਹਿ ਸਕਦੇ ਹਾਂ। ਜਿਹੜੀ ਇਹਦੀ ਪਰਫੋਰਮੈਂਸ ਹੈ ਕਿਤੇ ਡਿਪੈਂਡ ਕਰਦੀ ਹੈ, ਹੱਬ 'ਤੇ। ਸੋ ਅਸੀਂ ਕਹਿ ਸਕਦੇ ਹਾਂ ਇਹ ਸਾਰਾ ਨੈਟਵਰਕ ਹੌਲੀ ਸੌਲੀ ਕਿਹਦੇ 'ਤੇ ਡਿਪੈਂਡ ਕਰਦਾ ਵਾ, ਹੱਬ ਦੇ ਉੱਤੇ। ਸੋ ਪਰਫੋਰਮੈਂਸ ਇਜ਼ ਡਿਪੈਂਡ ਔਨ ਹੱਬ, ਸੈਂਟਰਲੀ ਹੱਬ। ਸੋ ਦਿਸ ਇਜ਼ ਅਵਰ ਰਿੰਗ ਟਪੋਲੋਜੀ, ਸੋ ਨੈਕਸਟ ਜਿਹੜੀ ਅਸੀਂ ਟਪੋਲੋਜੀ ਯੂਜ਼ ਕਰਨ ਜਾ ਰਹੇ ਹਾਂ ਉਹ ਸਾਡੀ ਹੈਗੀ ਟਰੀ ਟਪੋਲੋਜੀ। ਟਰੀ ਟਪੋਲੋਜੀ ਜਿਵੇਂ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਥੋੜ੍ਹੀ ਜਿਹੀ ਟਰੀ ਟਾਈਪ ਸਟਰਕਚਰ ਹੋਏਗਾ। ਸੋ ਟਰੀ ਟਪੋਲੋਜੀ ਜਿਹੜਾ ਹੈਗਾ ਵਾ 2 ਜਾਂ 2 ਤੋਂ ਵੱਧ ਟਪੋਲੋਜੀਜ਼ ਦਾ ਕੀ ਹੈਗਾ ਵਾ, ਕੰਬੀਨੇਸ਼ਨ ਹੈਗਾ। ਜਦੋਂ ਅਸੀਂ 1 ਜਾਂ 1 ਤੋਂ ਜ਼ਿਆਦਾ 2 ਜਾਂ 2 ਤੋਂ ਜ਼ਿਆਦਾ ਟਪੋਲੋਜੀਜ਼ ਨੂੰ ਆਪਸ 'ਚ ਕੰਬਾਈਨ ਕਰ ਦਿੰਦੇ ਹਾਂ, ਸਾਡੀ ਜਿਹੜੀ ਨਵੀਂ ਟਪੋਲੋਜੀ ਬਣੇਗੀ ਉਹ ਸਾਡੀ ਕੀ ਹੋਏਗੀ, ਟਰੀ ਟਪੋਲੋਜੀ। ਟਰੀ ਟਪੋਲੋਜੀ ਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ, ਇਹ ਕੰਬੀਨੇਸ਼ਨ ਹੈਗਾ ਬੱਸ ਅਤੇ ਸਟਾਰ ਟਪੋਲੋਜੀਜ਼ ਦਾ। ਸੋ ਜਿਵੇਂ ਇਸ ਐਗਜ਼ਾਮਪਲ 'ਚ ਤੁਸੀਂ ਦੇਖ ਸਕਦੇ ਹੋ, ਇੱਕ ਸਾਡੇ ਕੋਲ ਹੈਗੀ ਹੈ ਮੇਨ ਲਾਈਨ। ਉਸ ਮੇਨ ਲਾਈਨ ਨੂੰ ਅਸੀਂ ਕੀ ਕਹਿ ਸਕਦੇ ਹਾਂ, ਬੱਸ ਟਪੋਲੋਜੀ। ਉਸ ਬੱਸ ਟਪੋਲੋਜੀਜ਼ ਨਾਲ ਸਾਡੇ ਕੋਲ ਕੁਛ ਨੈਟਵਰਕਸ ਹੋਰ ਬਣੇ ਹੋਏ ਨੇ। ਜਿਹੜੇ ਇਹ ਨੈਟਵਰਕਸ ਬਣੇ ਹੋਏ ਨੇ ਉਹ ਸਟਾਰ ਟਪੋਲੋਜੀ ਦੀ ਹੈਲਪ ਨਾਲ ਸਾਡੇ ਕੋਲ ਫੋਰਮ ਹੋਏ ਨੇ। ਸੋ ਅਸੀਂ ਜਿਹੜਾ ਨਵਾਂ ਨੈਟਵਰਕ ਇਹਨਾਂ ਦੋਵਾਂ ਟੈਕਨੋਲੋਜੀਆਂ ਦੇ ਹੈਲਪ ਨਾਲ ਬਣਾਇਆ ਉਹ ਸਾਡਾ ਕਿਹੜਾ ਹੋ ਗਿਆ ਵੈ, ਟਰੀ ਟਪੋਲੋਜੀ। ਇਹ ਸਾਡੀ ਕਿਹਦੀ ਡਾਇਗਰਾਮ ਹੈ, ਟਰੀ ਟਪੋਲੋਜੀ। ਸੋ ਜਿਹੜਾ ਟਰੀ ਟਪੋਲੋਜੀਜ਼ ਦੇ ਵਿੱਚ ਜਿਹੜਾ ਡੇਟਾ ਹੈਗਾ ਵਾ ਉਹ ਇੱਕ ਆਰਡਰ ਦੇ ਵਿੱਚ ਚੱਲੇਗਾ, ਵਿਦਾਊਟ ਆਰਡਰ ਨਹੀਂ ਚੱਲੇਗਾ। ਸੋ ਉਸ ਆਰਡਰ ਨੂੰ ਅਸੀਂ ਕਿਹੜਾ ਆਰਡਰ ਕਹਿ ਲੈਂਦੇ ਹਾਂ, ਹਾਇਰਾਰਕੀਕਲ ਆਰਡਰ। ਸੋ ਇਹਦੇ ਵਿੱਚ ਸਾਡੇ ਕੋਲ 2 ਤਰ੍ਹਾਂ ਦੀਆਂ ਹੱਬਸ ਲੱਗਦੀਆਂ ਨੇ, ਐਕਟਿਵ ਅਤੇ ਸੈਕੰਡਰੀ। ਸੋ ਜਿਹੜੀ ਹੱਬ ਐਕਟਿਵ ਹੈ ਉਹ ਕਿਹਨੂੰ ਮੈਨੇਜ ਕਰੇਗੀ, ਸੈਕੰਡਰੀ ਨੂੰ। ਸੋ ਅਤੇ ਜਿਹੜੀ ਸੈਕੰਡਰੀ ਹੋਏਗੀ, ਸੋ ਜਿਹੜੀਆਂ ਨੋਡਸ ਹੋਣਗੀਆਂ ਸੈਕੰਡਰੀ ਦੇ ਨਾਲ ਜੁਆਇੰਟਸ, ਹੋਰ ਵੀ ਕੰਪਿਊਟਰਸ ਜਿਹੜੇ ਇਸ ਸੈਕੰਡਰੀ ਨੋਡ ਦੇ ਨਾਲ ਜਿਹੜੇ ਜੁਆਇਨ ਹੋਣਗੇ, ਉਹ ਉਹਨਾਂ ਕੰਪਿਊਟਰਸ ਨੂੰ ਸੈਕੰਡਰੀ ਹੱਬ ਕੀ ਕਰੇਗੀ, ਮੈਨੇਜ ਕਰੇਗੀ। ਸੋ ਟਰੀ ਟਪੋਲੋਜੀਜ਼ ਦੀਆਂ ਅਸੀਂ ਕੁਛ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਹੁਣੇ ਕੀ ਕਰਾਂਗੇ, ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਪੁਆਇੰਟ ਟੂ ਪੁਆਇੰਟ ਕਨੈਕਸ਼ਨ। ਇਹਦੇ ਵਿੱਚ ਕੀ ਹੈਗਾ ਵਾ, ਜਿਹੜੀ ਕਮਿਊਨੀਕੇਸ਼ਨ ਹੋਏਗੀ ਬਿਟਵੀਨ 2 ਸਿਸਟਮ, ਉਹ ਕੀ ਹੋਏਗੀ, ਪੁਆਇੰਟ ਟੂ ਪੁਆਇੰਟ। ਇੱਕ ਸੈਂਡਰ ਅਤੇ ਇੱਕ ਰਿਸੀਵਰ, ਡੈਟ ਇਜ਼ ਨੋਨ ਐਜ਼ ਪੁਆਇੰਟ ਟੂ ਪੁਆਇੰਟ। ਸੋ ਪੁਆਇੰਟ ਟੂ ਪੁਆਇੰਟ ਕਮਿਊਨੀਕੇਸ਼ਨ ਹੋਣ ਕਰਕੇ ਇਹਦੇ ਵਿੱਚ ਕੋਲੀਜਨ ਦੇ ਚਾਂਸਿਸ ਨਹੀਂ ਹੋਣਗੇ ਅਤੇ ਥਰੂਪੁੱਟ ਕੀ ਹੋਏਗੀ, ਬੈਟਰ ਹੋਏਗੀ। ਸੋ ਹਰ ਕੋਈ ਆਪਸ ਦੇ ਵਿੱਚ ਡਾਇਰੈਕਟਲੀ ਕਮਿਊਨੀਕੇਟ ਕਰ ਰਿਹਾ, ਪੁਆਇੰਟ ਟੂ ਪੁਆਇੰਟ ਕਮਿਊਨੀਕੇਸ਼ਨ ਹੋ ਰਹੀ ਹੈ। ਸੋ ਇਹਦੇ ਨਾਲ ਕੀ ਹੋਏਗਾ, ਕੋਈ ਸੈਂਟਰਲੀ ਹੱਬ ਨਹੀਂ ਹੈਗਾ, ਕੋਈ ਸਿੰਗਲ ਬੱਸ ਨਹੀਂ ਹੈਗੀ, ਸਾਰੇ ਪੁਆਇੰਟ ਟੂ ਪੁਆਇੰਟ ਕਮਿਊਨੀਕੇਟ ਕਰ ਰਹੇ ਨੇ। ਸੋ ਇਸ ਕਰਕੇ ਇਹਦੀ ਥਰੂਪੁੱਟ ਕੀ ਹੋਏਗੀ, ਜ਼ਿਆਦਾ ਹੋਏਗੀ ਕੰਪੈਰੇਟਿਵ ਟੂ ਅਦਰ ਟਪੋਲੋਜੀਜ਼। ਐਕਸਟੈਂਡੇਬਲ, ਸੋ ਨੰਬਰ ਆਫ ਵਾਇਰਸ ਲਗਾ ਕੇ, ਨੰਬਰ ਆਫ ਅਸੀਂ ਇਹਦੇ ਵਿੱਚ ਸਟਾਰ ਲਗਾ ਕੇ ਬੱਸ ਟਪੋਲੋਜੀ ਨੂੰ ਇਨਕਰੀਜ਼ ਕਰਕੇ, ਵਾਇਰਸ ਜ਼ਿਆਦਾ ਲਗਾ ਕੇ ਅਸੀਂ ਇਹਦੇ ਵਿੱਚ ਨੰਬਰ ਆਫ ਕੰਪਿਊਟਰਸ ਕੀ ਕਰ ਸਕਦੇ ਹਾਂ, ਈਜ਼ੀਲੀ ਐਡ ਕਰ ਸਕਦੇ ਹਾਂ। ਸੋ ਇਹਨੂੰ ਮੇਨਟੇਨ ਕਰਨਾ ਅਤੇ ਇਹਦੇ ਵਿੱਚੋਂ ਕੋਈ ਵੀ ਫੋਲਟ ਲੱਭਣਾ ਕੀ ਹੈਗਾ ਵਾ, ਈਜ਼ੀ ਹੈਗਾ ਵਾ। ਸੋ ਇਹਦੀਆਂ ਅਸੀਂ ਕੁਛ ਐਡਵਾਂਟੇਜਿਸ ਪੜ੍ਹੀਆਂ, ਪਰ ਕੁਛ ਡਿਸਐਡਵਾਂਟੇਜਿਸ ਵੀ ਨੇ। ਸੋ ਜਿਹੜਾ ਪੂਰਾ ਨੈਟਵਰਕ ਹੈਗਾ ਉਹ ਬੱਸ ਟਪੋਲੋਜੀ ਦੀ ਤਰ੍ਹਾਂ ਹੀ ਇੱਕ ਮੇਨ ਸਿੰਗਲ ਵਾਇਰ 'ਤੇ ਡਿਪੈਂਡ ਕਰਦਾ। ਸੋ ਜੇ ਇਹ ਮੇਨ ਵਾਇਰ ਖਰਾਬ ਹੋ ਜਾਂਦੀ ਹੈ ਤਾਂ ਪੂਰਾ ਨੈਟਵਰਕ ਹੀ ਹੋ ਜਾਂਦਾ ਵਾ, ਖਰਾਬ ਹੋ ਜਾਂਦਾ ਵਾ ਟਰੀ ਟਪੋਲੋਜੀਜ਼ ਦੇ ਵਿੱਚ। ਸੋ ਜਿਉਂ ਇਹਦਾ ਸਾਈਜ਼ ਜ਼ਿਆਦਾ ਵੱਡਾ ਹੋਣ ਕਰਕੇ ਇਹਨੂੰ ਮੈਨੇਜ ਕਰਨਾ ਕੀ ਹੁੰਦਾ ਵਾ, ਡਿਫੀਕਲਟ ਹੁੰਦਾ। ਸੋ ਨੈਕਸਟ ਪੁਆਇੰਟ ਇਜ਼ ਕੋਸਟਲੀ। ਸੋ ਜ਼ਿਆਦਾ ਵੱਡਾ ਨੈਟਵਰਕ ਹੋਣ ਕਰਕੇ ਇਹਨੂੰ ਬਣਾਉਣ ਨੂੰ, ਇਹਨੂੰ ਮੈਨੇਜ ਕਰਨ ਨੂੰ ਮੇਨਟੇਨੈਂਸ ਕੋਸਟ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਇਹ ਜਿਹੜਾ ਸਾਡਾ ਨੈਟਵਰਕ ਹੈ ਇਹ ਕੋਸਟਲੀ ਵੀ ਹੈ। ਨੈਕਸਟ ਜਿਹੜੀ ਸਾਡੀ ਟਪੋਲੋਜੀ ਆ ਜਾਂਦੀ ਹੈ ਉਹ ਸਾਡੀ ਆ ਜਾਂਦੀ ਹੈ ਹਾਈਬ੍ਰਿਡ। ਹਾਈਬ੍ਰਿਡ ਨੂੰ ਅਸੀਂ ਕਹਿ ਸਕਦੇ ਹਾਂ, ਅਸੀਂ ਆਪਣੀ ਟਰੀ ਟਪੋਲੋਜੀ ਦੀ ਤਰ੍ਹਾਂ ਹੀ ਇਹ ਕੀ ਹੈਗਾ ਵਾ, ਕੰਬੀਨੇਸ਼ਨ ਆਫ ਇਹਦੇ ਵਿੱਚ ਸਾਰੀਆਂ ਟਪੋਲੋਜੀਜ਼ ਜਿਹੜੀਆਂ ਆਲਰੇਡੀ ਅਸੀਂ ਪੜ੍ਹ ਸਕਦੇ ਹਾਂ ਉਹਨਾਂ ਨੂੰ ਕੰਬਾਈਨਡ ਕਰਕੇ ਇੱਕ ਨਵੀਂ ਟਪੋਲੋਜੀ ਬਣਾਈ ਜਾ ਸਕਦੀ ਹੈ, ਜਿਹਨੂੰ ਕਹਿ ਸਕਦੇ ਹਾਂ ਹਾਈਬ੍ਰਿਡ। ਇਟ ਇਜ਼ ਅ ਕੰਬੀਨੇਸ਼ਨ ਆਫ ਆਲ ਦਾ ਟਪੋਲੋਜੀਜ਼। ਠੀਕ ਹੈ, ਇਹਦੇ ਵਿੱਚ ਰਿੰਗ ਵੀ ਆ ਸਕਦੀ ਹੈ, ਸਟਾਰ ਵੀ ਆ ਸਕਦੀ ਹੈ, ਬੱਸ ਵੀ ਆ ਸਕਦੀ ਹੈ, ਟਰੀ ਵੀ ਆ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਟਪੋਲੋਜੀਜ਼ ਨੂੰ ਕੰਬਾਈਨਡ ਕਰਕੇ ਅਸੀਂ ਇੱਕ ਨਵਾਂ ਜਿਹੜਾ ਨੈਟਵਰਕ ਫਾਰਮ ਕਰਦੇ ਹਾਂ ਉਹ ਸਾਡਾ ਕੀ ਹੁੰਦਾ ਵੈ, ਹਾਈਬ੍ਰਿਡ ਹੁੰਦਾ ਵੈ। ਸੋ ਹਾਈਬ੍ਰਿਡ ਬਣਾਉਣਾ ਡਿਪੈਂਡ ਕਰਦਾ ਵਾ ਕਿ ਕਿੰਨੇ ਨੰਬਰ ਆਫ ਕਨੈਕਸ਼ਨ ਚਾਹੀਦੇ ਆ, ਕਿੰਨੇ ਨੰਬਰ ਆਫ ਕੰਪਿਊਟਰ ਚਾਹੀਦੇ ਆ। ਸੋ ਕੀ ਆਰਗੇਨਾਈਜੇਸ਼ਨ ਦੀ ਰਿਕੁਆਇਰਮੈਂਟ ਹੈ। ਸੋ ਸਿਲੈਕਸ਼ਨ ਆਫ ਹਾਈਬ੍ਰਿਡ ਡਿਪੈਂਡ, ਅਸੀਂ ਇਨ ਸ਼ੋਰਟ ਕਹਿ ਸਕਦੇ ਹਾਂ, ਡਿਪੈਂਡ ਕਰਦੀ ਹੈ ਰਿਕੁਆਇਰਮੈਂਟ ਆਫ ਆਰਗੇਨਾਈਜੇਸ਼ਨ।
ਸੋ ਹਾਈਬ੍ਰਿਡ ਦੀ ਅਸੀਂ ਇੱਕ ਐਗਜ਼ਾਮਪਲ ਦੇ ਸਕਦੇ ਹਾਂ ਕਿ ਅਸੀਂ ਇੱਕ ਬੱਸ ਲਗਾਈ ਹੈ, ਇੱਕ ਸਾਈਡ 'ਤੇ ਅਸੀਂ ਰਿੰਗ ਟਪੋਲੋਜੀ ਬਣਾਈ ਹੈ, ਇੱਕ ਸਾਈਡ 'ਤੇ ਅਸੀਂ ਬੱਸ ਟਪੋਲੋਜੀ ਲਗਾਈ ਹੈ, ਇੱਕ ਸਾਈਡ 'ਤੇ ਅਸੀਂ ਸਟਾਰ ਟਪੋਲੋਜੀ। ਸਾਰੀਆਂ ਟਪੋਲੋਜੀਜ਼ ਨੂੰ ਲਗਾ ਕੇ ਅਸੀਂ ਇੱਕ ਨਵਾਂ ਨੈਟਵਰਕ ਬਣਾਇਆ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਹਾਈਬ੍ਰਿਡ ਟਪੋਲੋਜੀ। ਨਵਾਂ ਨੈਟਵਰਕ ਬਣਾਤਾ ਜਿਹੜਾ ਕਿਹਦਾ ਕੰਬੀਨੇਸ਼ਨ ਹੈ, ਹਾਈਬ੍ਰਿਡ ਟਪੋਲੋਜੀ ਦਾ। ਸੋ ਜਿਹੜੀਆਂ ਸਾਡੀਆਂ ਐਡਵਾਂਟੇਜਸ ਨੇ ਹਾਈਬ੍ਰਿਡ ਦੀਆਂ, ਸਭ ਤੋਂ ਪਹਿਲੇ ਰਿਲਾਈਬਲ ਹੈ, ਬਹੁਤ ਸਾਰੇ ਨੈਟਵਰਕਸ ਲੱਗੇ ਹੋਏ ਨੇ। ਸੋ ਇੱਥੇ ਕੀ ਹੋ ਜਾਂਦਾ, ਕੋਈ ਵੀ ਫੋਲਟ ਆਉਂਦਾ ਵਾ ਫਿਰ ਵੀ ਸਾਡਾ ਸਿਸਟਮ ਕੀ ਕਰਦਾ ਵਾ, ਵਰਕਿੰਗ ਆਰਡਰ 'ਚ ਰਹਿੰਦਾ ਵਾ। ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਰਿਲਾਈਬਲ ਹੈ। ਲਾਰਜ ਕਵਰੇਜ ਏਰੀਆ, ਸੋ ਜ਼ਿਆਦਾ ਨੈਟਵਰਕਸ ਹੋਣ ਕਰਕੇ, ਜ਼ਿਆਦਾ ਟਪੋਲੋਜੀਸ ਯੂਜ਼ ਕਰਨ ਕਰਕੇ ਅਸੀਂ ਇਹਦੇ ਵਿੱਚ ਕੀ ਕਰ ਰਹੇ ਹਾਂ, ਲਾਰਜ ਨੈਟਵਰਕ ਏਰੀਆ ਨੂੰ ਕੀ ਕਰ ਰਹੇ ਹਾਂ, ਕਵਰ ਕਰ ਰਹੇ ਹਾਂ। ਸਕੇਲੇਬਲ ਕੀ ਹੈਗਾ ਵਾ, ਈਜ਼ੀਲੀ ਐਕਸਟੈਂਡੇਬਲ ਹੈ। ਅਸੀਂ ਇਹਨੂੰ ਇਸ ਨੈਟਵਰਕ ਨੂੰ ਹੋਰ ਟਪੋਲੋਜੀਸ ਨੂੰ ਅਸੀਂ ਈਜ਼ੀਲੀ ਇਹਦੇ ਵਿੱਚ ਕੀ ਕਰ ਸਕਦੇ ਹਾਂ, ਐਡ ਕਰ ਸਕਦੇ ਹਾਂ, ਅਤੇ ਇਹਨੂੰ ਕੀ ਕਰ ਸਕਦੇ ਹਾਂ, ਐਕਸਟੈਂਡ ਕਰ ਸਕਦੇ ਹਾਂ। ਸੋ ਇਹ ਤਾਂ ਇਹਦੀਆਂ ਐਡਵਾਂਟੇਜਿਸ ਹੋ ਗਈਆਂ। ਡਿਸਐਡਵਾਂਟੇਜਿਸ ਕੀ ਹੋ ਗਈਆਂ, ਕੰਪਲੈਕਸ ਹੈ। ਦੇਖੋ ਕਿੰਨੇ ਸਾਰੇ ਅਸੀਂ ਸਿੰਗਲ ਨੈਟਵਰਕ ਨੂੰ ਮੈਨੇਜ ਕਰਨਾ, ਸਿੰਗਲ ਟਪੋਲੋਜੀਸ ਨੂੰ ਮੈਨੇਜ ਕਰਨਾ ਡਿਫੀਕਲਟ ਹੁੰਦਾ, ਜਿਹਦੇ ਵਿੱਚ ਬਹੁਤ ਸਾਰੀਆਂ ਟਪੋਲੋਜੀਸ ਲੱਗੀਆਂ ਹੋਈਆਂ ਨੇ। ਜ਼ਿਆਦਾ ਟਪੋਲੋਜੀਸ ਲੱਗਣ ਹੋਣ ਕਰਕੇ ਇਹ ਸਾਡਾ ਥੋੜ੍ਹਾ ਕੀ ਹੋ ਜਾਂਦਾ ਵਾ, ਕੰਪਲੈਕਸ ਹੋ ਜਾਂਦਾ ਵਾ। ਪਲੱਸ ਇਹਦਾ ਕੀ ਹੋ ਜਾਂਦਾ ਵਾ, ਇਨਫਰਾਸਟਰਕਚਰ ਕੀ ਹੋ ਜਾਂਦਾ ਵਾ, ਕੋਸਟਲੀ ਹੋ ਜਾਂਦਾ ਵਾ। ਪਲੱਸ ਇਹਦੀ ਇੰਸਟਾਲੇਸ਼ਨ ਕੋਸਟ ਜਿਹੜੀ ਹੈਗੀ ਹੈ, ਇੰਸਟਾਲੇਸ਼ਨ ਡਿਫੀਕਲਟ ਵੀ ਹੋ ਜਾਂਦੀ ਹੈ, ਅਤੇ ਕੋਸਟ ਵੀ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਸੋ ਹਾਈਬ੍ਰਿਡ ਥੋੜ੍ਹਾ ਕੰਪਲੈਕਸ ਹੋਣ ਕਰਕੇ ਇਹਦੀ ਜਿਹੜੀ ਸੈਟਅਪ ਕੋਸਟ ਹੈ, ਇਹਨੂੰ ਮੈਨੇਜ ਕਰਨਾ, ਇਹਦੀ ਮੈਨੇਜਮੈਂਟ ਕੋਸਟ ਸਾਰੀ ਕੀ ਹੋ ਜਾਂਦੀ ਹੈ, ਹਾਈ ਹੋ ਜਾਂਦੀ ਹੈ। ਸੋ ਦੀਜ਼ ਆਰ ਅਵਰ 5 ਟੈਕਨੋਲੋਜੀਜ਼। ਇਹ ਸਾਡੀਆਂ 5 ਹਾਈਬ੍ਰਿਡ ਇਹ